सतनाम वाहेगुरु साहिब जीओ। गुरदाता गुर हिवें कर, गुर दीपक तिह लोए। अमर पदारथ नानका मन मानिए सुख होए। अमर पदारथ नानका मन मानिए सुख होए। पप्पा अपर पार नहीं पावा, परम जोत स्यों पर चौलावा। पप्पा अपर पार नहीं पावा, परम जोत स्यों पर चौलावा। पांचों इंद्री निग्रह करई, पाप पुण्य दो निर्वरई। पांचों इंद्री निग्रह करई, पाप पुण्य दो निर्वरई। वाहिगुरु जी का खालसा, वाहिगुरु जी की फतेह। परम सत्कारयोग गुरुदेव धन धन साहिब श्री गुरु ग्रंथ साहिब महाराज पातशाह जी की पावन पवित्र हजूरी अंदर बहुत ही प्यार अदब सत्कार सहित जुड़ बैठ शामा दे दीवाना दियां हाजरियां पर सतगुरु जी के दरों घरों ज्ञान की दात प्राप्त कर जीवन सफला करन दा यतन रल मिल के कर रहे हाँ। भगत कबीर जी द्वारा उच्चारण की हुई बाणी 52 अखरी जो कि गौड़ी राग अंदर दर्ज है, तिस बाणी विचों पाठ असी हुणे हुणे सरवण कीता है। लड़ीवार चल रही इस बाणी दी विचार दौरान इस पदे तो जो पिछला पदा है ये पप्पे अखर द्वारा उपदेश है, इस तो पिछला नन्हे अखर द्वारा उपदेश सी, जिहदी विचार असी कल दे दीवाना अंदर सांझी कीती सी। भगत कबीर जी ने उस नन्हे अखर दे उपदेश नूं दृढ़ करवाउंदियां होइयां, उस उपदेश नूं समझाउंदियां होइयां जिक्र कीता सी कि एक परमात्मा दा पुत्र जो परमात्मा के दर्शन करने चाहता है उस पिछे उसदी अभिलाखा उसदी कामना कोई लालच जां डर विचों पैदा नहीं हुई। असी कल विस्तार सहित इस गल नूं सरवण कीता कि भगत कबीर जी ने सानू ये समझाया कि जेड़ा व्यक्ति उस परमात्मा के दर्शन करने चाहता है, उस परमात्मा के दीदार चाहता है ना, जिस दिन उसकी ये अभिलाखा पूरी होंदी है उस दिन वो परमात्मा दे विच ही लीन हो जाता है, उसका रूप हो जाता है। जिसनों सतगुरु जी ने बाणी अंदर कुछ इस प्रकार फरमाया, नानक लीन भयो गोबिंद स्यों ज्यों पानी संग पानी। ਜਾਂ फिर अब तो जाए चढ़े सिंहासन मिले है सारंग पानी, राम कबीरा एक भये हैं कोई ना सके पछानी।
ਜਿੱਥੇ ਜਿਸ ਦੀ ਅਸੀਂ ਆਰਾਧਨਾ ਕਰ ਰਹੇ ਹਾਂ ਅਸੀਂ ਉਹਦਾ ਹੀ ਰੂਪ ਹੋ ਜਾਂਦੇ ਹਾਂ। ਇਸੇ ਕਰਕੇ ਭਗਤਾਂ ਦੇ ਜਦੋਂ ਲੱਛਣ ਜਾਂ ਉਹਨਾਂ ਦੀ ਜੀਵਨ ਜੁਗਤ ਨੂੰ ਬਾਣੀ ਅੰਦਰ ਸਮਝਾਇਆ ਗਿਆ ਤੇ ਸਤਿਗੁਰ ਮਹਾਰਾਜ ਕੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ। ਸੋ ਪੁਰਖ ਦੇ ਸਿਰਲੇਖ ਹੇਠ ਜਿੱਥੇ ਸੋ ਪੁਰਖ ਦੀ ਗੱਲ ਕਰਦਿਆਂ ਹੋਇਆਂ ਸਤਿਗੁਰ ਇਹ ਦੱਸਦੇ ਨੇ ਕਿ ਉਹ ਪੁਰਖ ਕੈਸਾ ਹੈ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਇਹ ਵੀ ਆਖਦੇ ਨੇ, ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਇਹਦਾ ਅਰਥ ਹੀ ਇਹ ਹੈ ਕਿ ਜਦੋਂ ਅਸੀਂ ਆਪਣੇ ਮਾਲਕ ਦੀ ਪੂਜਾ ਕਰਦੇ ਹਾਂ, ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ, ਜਿਹਦੀ ਅਸੀਂ ਸੇਵਾ ਕਰਦੇ ਹਾਂ, ਜਿਹਦੀ ਅਸੀਂ ਭਗਤੀ ਕਰਦੇ ਹਾਂ, ਉਸ ਦਾ ਇੱਕ ਅਲਟੀਮੇਟ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਉਸੇ ਦਾ ਹੀ ਰੂਪ ਹੋ ਜਾਂਦੇ ਹਾਂ। ਜਦੋਂ ਭਗਤ ਨਾਮਦੇਵ ਜੀ ਕੀ ਬਾਣੀ ਪੜ੍ਹਦੇ ਹਨ ਨਾ, ਭਗਤ ਨਾਮਦੇਵ ਜੀ ਨੇ ਇਸ ਨੂੰ ਉਦਾਹਰਨਾਂ ਸਹਿਤ ਵੀ ਬੜਾ ਵਧੀਆ ਸਮਝਾਇਆ ਹੈ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਆਰਾਧਨਾ ਕਰਨ ਲੱਗਿਆਂ ਤੁਹਾਨੂੰ ਆਪਣਾ ਇਸ਼ਟ ਬੜੇ ਧਿਆਨ ਨਾਲ ਚੁਣਨਾ ਚਾਹੀਦਾ ਹੈ। ਸ਼ਬਦ ਹੈ ਭਗਤ ਬਾਣੀ ਕਾ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਭੈਰੋ ਭੂਤ ਸੀਤਲਾ ਧਾਵੈ ਹਰ ਵਾਹਨ ਉਹ ਛਾਰ ਉਡਾਵੇ। ਜਿਹੜੇ ਵਿਅਕਤੀ ਭੈਰੋ ਜਾਂ ਸੀਤਲਾ ਕੀ ਪੂਜਾ ਕਰਦੇ ਹਨ, ਜਿਹੜੇ ਉਹਨਾਂ ਨੂੰ ਆਪਣਾ ਇਸ਼ਟ ਸਮਝ ਕੇ ਉਸ ਦੀ ਆਰਾਧਨਾ ਕਰਦੇ ਨੇ, ਕੀ ਪ੍ਰਾਪਤ ਕਰਨਗੇ, ਕੀ ਖੱਟਣਗੇ? ਕਹਿੰਦੇ ਵੱਧ ਤੋਂ ਵੱਧ ਹਰ ਵਾਹਨ, ਵਾਹਨ ਦਾ ਮਤਲਬ ਹੁੰਦਾ ਹੈ ਵਾਹਨ ਜਿਹਦੇ ਉੱਤੇ ਸਵਾਰੀ ਕਰਦੇ ਆ, ਜਿਵੇਂ ਸਾਡੀਆਂ ਗੱਡੀਆਂ, ਕਾਰਾਂ, ਬੱਸਾਂ, ਟਰੱਕ ਇਤਿਆਦਿਕ ਨੇ। ਖਰ ਦਾ ਮਾਨੇ ਹੁੰਦਾ ਹੈ ਖੋਤਾ। ਕਹਿੰਦੇ ਵੱਧ ਤੋਂ ਵੱਧ ਇੱਕ ਖੋਤਾ ਸਫ਼ਰ ਕਰਨ ਵਾਸਤੇ ਮਿਲ ਜਾਏਗਾ ਤੇ ਐਸਾ ਖੋਤੇ ਤੇ ਚੜਿਆ ਹੋਇਆ ਵਿਅਕਤੀ ਖੇ ਹੀ ਉਡਾ ਸਕਦਾ ਹੈ, ਹੋਰ ਕੁਝ ਪ੍ਰਾਪਤੀ ਨਹੀਂ ਹੈ। ਹਰ ਵਾਹਨ ਉਹ ਛਾਰ ਉਡਾਵੇ। ਨਤੀਜਾ ਕੀ ਕੱਢਦੇ ਹਨ? ਕਹਿੰਦੇ ਹਉ ਤੋ ਏਕ ਰਮਈਆ ਲੈ ਹਉ ਆਨ ਦੇਵ ਬਦਲਾਵਨ ਦੈ ਹਉ। ਮੈਨੂੰ ਤੇ ਸਿਰਫ ਉਹ ਇੱਕ ਅਕਾਲ ਪੁਰਖ ਚਾਹੀਦਾ ਹੈ ਜਿਹੜਾ ਈ ਪੈ ਬੀਠੁਲ ਊ ਪੈ ਬੀਠੁਲ ਬੀਠੁਲ ਬਿਨ ਸੰਸਾਰ ਨਹੀਂ। ਉਹ ਜੋ ਸਰਬ ਵਿਆਪਕ ਹੈ, ਉਹ ਜੋ ਸਿਰਫ ਇੱਕ ਹੈ, ਉਹ ਜੋ ਨਾ ਡਰਦਾ ਹੈ, ਨਾ ਦੌੜਦਾ ਹੈ, ਨਾ ਡਰਾਉਂਦਾ ਹੈ, ਉਹ ਜੋ ਬੜਾ ਸੁੰਦਰ ਹੈ, ਉਹ ਜੋ ਬੜਾ ਦਇਆਲ ਹੈ, ਮੈਨੂੰ ਉਹ ਚਾਹੀਦਾ ਹੈ। ਕਹਿਣ ਤੋਂ ਮੁੱਕਦੀ ਗੱਲ ਕੇਵਲ ਤੇ ਕੇਵਲ ਇਤਨੀ ਕਿ ਜਿਸ ਦੀ ਅਸੀਂ ਆਰਾਧਨਾ ਕਰਦੇ ਹਾਂ, ਉਸ ਦੀ ਆਰਾਧਨਾ ਦਾ ਜੋ ਸਭ ਤੋਂ ਵਧੇਕ ਨਤੀਜਾ ਮਿਲਦਾ ਹੈ ਨਾ, ਇਹ ਕਿ ਅਸੀਂ ਉਸ ਵਰਗੇ ਹੋ ਜਾਂਦੇ ਹਾਂ। ਇਸੇ ਕਰਕੇ ਭਗਤ ਕਬੀਰ ਜੀ ਨੇ ਅੱਜ ਦੇ ਇਸ ਬੰਦ ਅੰਦਰ ਸਮਝਾਉਣ ਦਾ ਯਤਨ ਕੀਤਾ ਹੈ। ਪੱਪੇ ਅੱਖਰ ਨਾਲ ਉਪਦੇਸ਼ ਕਰਦੇ ਹਨ। ਕਹਿੰਦੇ ਪੱਪਾ ਅਪਰ ਪਾਰ ਨਹੀਂ ਪਾਵਾ। ਜਿਸ ਦੀ ਮੈਂ ਆਰਾਧਨਾ ਕਰਦਾ ਹਾਂ, ਜਿਸ ਦੀ ਮੈਂ ਪੂਜਾ ਕਰਦਾ ਹਾਂ ਨਾ, ਉਹ ਪਰਮਾਤਮਾ ਪਾਰਲੇ ਬੰਨੇ ਤੋਂ ਵੀ ਪਰਾਂ ਹੈ। ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਵੇਂ ਮੈਂ ਸਿਫਤ ਕਰਾਂ, ਭਾਵੇਂ ਮੈਂ ਉਸ ਦੀ ਕੁਦਰਤ ਬਾਰੇ ਲਿਖਣਾ ਸ਼ੁਰੂ ਕਰਾਂ, ਮੈਂ ਇਹ ਨਹੀਂ ਦੱਸ ਸਕਦਾ ਕਿ ਉਸ ਪਰਮਾਤਮਾ ਦੇ ਵਿੱਚ ਕਿਤਨੀਆਂ ਕੁ ਵਡਿਆਈਆਂ ਹਨ। ਗੁਰਦੇਵ ਮਹਾਰਾਜ ਪਾਤਸ਼ਾਹ ਜੀ ਕੀ ਬਾਣੀ ਜਪਜੀ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਤਾਂ ਸਤਿਗੁਰ ਜ਼ਿਕਰ ਕਰਦੇ ਹਨ। ਪਾਤਸ਼ਾਹ ਆਖਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਉਸ ਪਰਮਾਤਮਾ ਦੇ ਕੀਤੇ ਹੋਏ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੀਆਂ ਬਿਆਨ ਕੀਤੀਆਂ ਗਈਆਂ ਜਾਂ ਉਸ ਦੀਆਂ ਬਣਾਈਆਂ ਕੀਤੀ ਹੋਈਆਂ ਵਸਤੂਆਂ ਨੂੰ ਜੇ ਅਸੀਂ ਵੇਖ ਕੇ ਆਖੀਏ ਵੀ ਇਤਨਾ ਕੁ ਵੱਡਾ ਹੈ ਤੇ ਇੰਨਾ ਹੀ। ਭਾਈ ਗੁਰਦਾਸ ਜੀ ਬੜਾ ਸੋਹਣਾ ਇੱਕ ਜਗ੍ਹਾ ਉੱਤੇ ਫਰਮਾਉਂਦੇ ਹਨ। ਕਹਿੰਦੇ ਇਨਸਾਨ ਜੇ ਤੂੰ ਆਪਣੀ ਸਮਰੱਥਾ ਤੇ ਪਰਮਾਤਮਾ ਦੀ ਸਮਰੱਥਾ ਵੇਖਣੀ ਹੈ ਨਾ, ਤੇ ਮੈਂ ਤੈਨੂੰ ਇੱਕ ਛੋਟੀ ਜੀ ਉਦਾਹਰਣ ਦਿੰਦਾ ਵਾਂ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਇੱਕ ਤਿਲ ਹੁੰਦਾ ਹੈ ਨਾ, ਛੋਟਾ ਜਿਹਾ ਤਿਲ, ਉਸ ਨੂੰ ਜ਼ਮੀਨ ਦੇ ਵਿੱਚ ਬੀਜੀਏ ਤੇ ਉਹ ਸੈਂਕੜੇ ਤਿਲ ਹੋਰ ਪੈਦਾ ਕਰਦਾ ਹੈ। ਉਹਨਾਂ ਤਿਲਾਂ ਨੂੰ ਫਿਰ ਵੱਖਰੇ ਵੱਖਰੇ ਕੰਮਾਂ ਵਾਸਤੇ ਵਰਤਿਆ ਜਾਂਦਾ ਹੈ। ਕੋਈ ਉਹਨਾਂ ਤਿਲਾਂ ਦਾ ਤੇਲ ਕੱਢ ਕੇ ਤੇ ਉਸ ਤੇਲ ਨੂੰ ਦਵਾਈਆਂ ਦੇ ਵਿੱਚ ਵਰਤਦਾ ਹੈ, ਕੋਈ ਉਸ ਤੇਲ ਨੂੰ ਕਿਸੇ ਹੋਰ ਤਰੀਕੇ ਨਾਲ, ਕਿਸੇ ਹੋਰ ਜੁਗਤ, ਕਿਸੇ ਹੋਰ ਕੰਮ ਵਾਸਤੇ ਵਰਤਦਾ ਹੈ। ਕਹਿੰਦੇ ਫਿਰ ਇਤਨਾ ਹੀ ਨਹੀਂ, ਕਈ ਉਹਨਾਂ ਤਿਲਾਂ ਦੇ ਤੇਲ ਨਹੀਂ ਕੱਢਦੇ, ਕਈ ਰਿਓੜੀਆਂ ਬਣਾਉਣ ਵਾਸਤੇ ਉਹਨਾਂ ਤਿਲਾਂ ਦੀ ਵਰਤੋਂ ਕਰਦੇ ਹਨ। ਕੋਈ ਤਿਲਾਂ ਦੇ ਲੱਡੂ ਬਣਾ ਕੇ ਖਾਂਦਾ ਹੈ ਤੇ ਉਹਨੂੰ ਉਹ ਬੜੇ ਸਵਾਦ ਲੱਗਦੇ ਨੇ। ਕਹਿੰਦੇ ਬਹੁ ਭਾਂਤਕ ਵਰਤੋਂ ਜਿਹੜੀ ਹੈ ਉਹਨਾਂ ਤਿਲਾਂ ਦੀ ਕੀਤੀ ਜਾਂਦੀ ਹੈ। ਅਖੀਰ ਵਿੱਚ ਆਖਦੇ ਨੇ, ਕਹਿੰਦੇ ਜਾ ਕੇ ਏਕ ਤਿਲ ਕੀ ਵਿਚਾਰ ਨਾ ਕਹਿਤ ਆਵੇ। ਜਿਸ ਪਰਮਾਤਮਾ ਦੇ ਬਣਾਏ ਹੋਏ ਇੱਕ ਤਿਲ ਦੀ ਪੂਰੀ ਗੱਲ ਨਹੀਂ ਬਿਆਨੀ ਜਾ ਸਕਦੀ ਕਿ ਕਿਤਨਾ ਲਾਭਵੰਦ ਹੈ, ਕਿਤਨੇ ਕੰਮਾਂ ਦੇ ਵਿੱਚ ਆ ਸਕਦਾ ਹੈ, ਕਿਤਨੇ ਪ੍ਰਕਾਰ ਨਾਲ ਉਸ ਦੀ ਵਰਤੋਂ ਹੁੰਦੀ ਹੈ। ਸੋਚ ਕੇ ਵੇਖੋ, ਉਸ ਤਿਲ ਨੂੰ ਬਣਾਉਣ ਵਾਲੇ ਉਸ ਮਾਲਕ ਦੀ ਸਾਰੀ ਵਿਚਾਰ ਕਿਵੇਂ ਕਹੀ ਜਾ ਸਕਦੀ ਹੈ? ਇਹ ਸੰਭਵ ਹੀ ਨਹੀਂ। ਸਤਿਗੁਰ ਜੀ ਆਖਦੇ ਨੇ, ਕਹਿੰਦੇ ਉਹ ਪਰਮਾਤਮਾ ਅਪਾਰ ਹੈ,
उसका पारला बनना प्राप्त नहीं किया जा सकता। भगत नूं कदी ये यतन नहीं करना चाहिए कि वह अपने इष्ट का पारला बनना प्राप्त करेगा। दो उदाहरणा जपजी की बाणी विचों असीं होर लै लैंदे हां, क्योंकि इस च कोई मुगालता या भुलेखा नहीं होना चाहिए कि साडे समाज अंदर बहुत सारे ऐसे धार्मिक व्यक्तियों का बोलबाला समय समय से रहा है जो आखते ने कि असी रब की भगती भी की है तो असी ये भी जानते हैं कि रब कितना वड्डा है, कितना कु है, कित्थे है, किहो जिहा है, असी सब जानते हैं। मूँहों मूँह भावें वो ये लफज तो नहीं वरतते कि असी रब का उरवार ते पार जानते हैं, पर उन्हां दीयां गल्लां तो जां उन्हां दे चेलियां दीयां गल्लां तो ये प्रगट हुंदा है कि ये महापुरख इतने वड्डे हैगे ने। जपजी साहिब अंदर सतगुर पता की आखदे ने, कहंदे एवड ऊंचा होवे कोई तिस ऊंचे को जाने सोए। कहंदे जिस व्यक्ति ने मालक की उचाई नूं मापना है ना, उसनूं मालक जिन्ना पहले वड्डा होना पएगा फिर उसकी उचाई नूं वो नाप सकदा है। जे कोई उस वर्गा वड्डा है, जे कोई उसके मुकाबले उत्ते है, जे कोई उहदे जितना विशाल ते इतने गुणा दे नाल संपन्न है, वो दस सकदा है कि मालक दा पारला बन्ना किहड़ा है। नहीं तो दुनिया उत्ते जितने व्यक्तियों ने भी यतन किया है, सतगुरु महाराज कहते एक भगत का यतन तो पता किहो जिहा हुंदा है। जिवें पातशाह आखदे ने नदियां वहदियां हन, नदियां अते वाह पवें समुंद न जाणीए साला ही सालाहा एती सुरत ना पाईया। कहते भावें जितनी मर्जी मैं मालक की सिफत सलाह करा, मैं अपने मालक की भगती करा, अपने मालक की वडियाई करा, पर इतनी वडियाई करन दे बावजूद भी मैं ये नहीं जानता, मैनू इस गल का नहीं पता कि वह मालक कितना को वड्डा है। जिन्ना मैं वड्डा वेखदा वां, जिन्नी विशालता मैं उसकी वेखदा वां, तो जदों फिर दोबारा सोचदा वां तो मैं आखदा ये तो बहुत घट है, वो इस तो भी वड्डा है। वो आखदे ने मैं ये नहीं दस सकता कितना वड्डा है। ये ठीक उस तरह है जिवें नदियां नाले ते होर अनेकां थावां तो पानी वहिंदा आउंदा है, दरिया बनदे हन, दरिया सागरां दे विच विलीन हुंदे ने। अखीरले समय ये नहीं कहा जा सकता कि आखिरकार वो नदियां सागर के अंत नूं पाउंदियां हन, वो सागर दे विच मिल के सागर जरूर हो जांदियां ने। समुंदर विच रल के समुंदर होना एक वखरी गल है, पर कोई दरिया ये गल कह दवे कि मैं जानता वां कि सागर समुंदर इतना गहरा है, इतना लंबा है, इतना चौड़ा है, अज तक जगत विच तां इस तरह नहीं होया। वो वखरी गल है कि मनुखी समाज विच भावें असी सारियां नदियां हाँ उस समुंदर विच मिलन की इच्छा रखदियां, पर गाहे अवगाहे ऐसियां कई नदियां, ऐसे कई नाले होए ने जिन्हां ने परमात्मा बारे इहो जिहे दावे कीते ने। मिसाल के तौर पर जेकर कोई व्यक्ति आखदा है कि परमात्मा मैं तुहानूं इत्थे भरवटियां दे विचकार वसदा होया विखा दिना वा, ये उसका पार पाउणा है, इहदा अर्थ पता की निकलेगा? इहदा अर्थ ये निकलेगा कि समुचे मनुखे शरीर विच रब सिर्फ इत्थे मत्थे विच वसदा है, ना वो इस हथ विच है, ना इस लत्त विच है, ना वो मेरे हिरदे विच है। रब नूं एक जगह उत्ते सीमित कर देण दे नाल रब असीम नहीं रह जांदा। रब की यह हस्ती जिसनों सतगुर आखते ने भी सबे घट राम बोले, रामा बोले, राम बिना को बोले रे, या फिर एकल माटी कुंचर चीटी भांजन है बहु नाना रे, अस्थावर जंगम कीट पतंगम घट घट राम समाना रे, ये तो रह ही नहीं जाती। कोई व्यक्ति मैदान में जंग लड़ रहा है, जंग लड़दियां लड़दियां वार उसके बांह के उत्ते होया तो उसकी बांह जिहड़ी है ना कट के थल्ले डिग पई। असली विच इस तरह होया, एक गुरसिख योधा घल्लूघारियां दे विच लड़ाई दे विच जदों वड्डा घल्लूघारा चल रहा सी, उस वक्त लड़ रहा सी, लड़दियां लड़दियां ना वार उसके गुट दे उत्ते होया ते उहदा गुट जिहड़ा सी ना वो अद्धा क वड्डिया गया। हुण जिस गुट दे विच उसने ढाल पकड़ी सी ना, उही गुट सी, ढाल उसके हत्थां विच छुट गई, वो हथ लमक रहा है ते वो तलवार चला रहा है। इतने विच एक बंदे ने नाल दे साथी ने आके आखिया, कहंदा सिंह जी तुहाडे एक गुट ते सट लगी है, ये लमक रहा है, पीड़ा हो रही होएगी, लड़न विच भी मुश्किल हो रही होएगी, तुसीं इसदा इलाज करवा लो। वो अग्यों सिंह पता की आखदा, कहंदा मैं भी इहदा इलाज करन दी सोच रहा सीगा, बस चंगा होया तुसीं याद करवा दिता, लो इहदा हुणी इलाज करदे आ। वो अपने हाथ नूं थल्ले रखदा है, उहदे उत्ते पैर रख के जोर दी बांह खिंच दिंदा है, अपने आप हाथ नूं अपनी बांह तो वखरा कर दिंदा, कहंदा हाँ हुण हौला हो गया वा, आ ते हो गया ना हल।
ਵਾਕਈ ਬਿਲਕੁਲ ਸਹੀ ਯਾਦ ਕਰਵਾਇਆ। ਇਹ ਹੱਲ ਹੋ ਗਿਆ। ਇਹ ਜਿਹੜਾ ਹੱਥ ਸੀ ਨਾ ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਚੰਗੀ ਤਰ੍ਹਾਂ ਲੜਨ ਨਹੀਂ ਸੀ ਦੇ ਰਿਹਾ। ਸੋ ਐਸੇ ਐਸੇ ਯੋਧੇ ਸਾਡੇ ਇਤਿਹਾਸ ਦਾ ਮਾਣ ਨੇ। ਮੂਲ ਗੱਲ ਜਿਹੜੀ ਅਸੀਂ ਕਹਿਣਾ ਚਾਹੁੰਦੇ ਹਾਂ ਜਾਂ ਸਮਝਣਾ ਚਾਹੁੰਦੇ ਹਾਂ ਉਹ ਇਹ, ਇੱਕ ਵਿਅਕਤੀ ਦੀ ਬਾਂਹ ਵੱਢੀ ਗਈ ਜਾਂ ਉਸਦਾ ਹੱਥ ਵੱਢਿਆ ਗਿਆ, ਉਹ ਜ਼ਮੀਨ ਉੱਤੇ ਪਿਆ ਹੈ, ਤੇ ਜੇ ਕੋਈ ਵਿਅਕਤੀ ਪੁੱਛੇ ਵੀ ਇਸ ਹੱਥ ਵਿੱਚ ਹੁਣ ਰੱਬ ਦੀ ਜੋਤ ਹੈ, ਇਸ ਹੱਥ ਦੇ ਵਿੱਚ ਰੱਬ ਮੌਜੂਦ ਹੈ, ਇਸ ਵੱਡੇ ਹੋਏ ਹੱਥ ਵਿੱਚ ਜੋ ਥੱਲੇ ਪਿਆ, ਤੇ ਕੀ ਆਖਾਂਗੇ ਵੀ ਨਹੀਂ ਹੈ। ਜੇ ਤੇ ਕਹਿ ਦੇਵਾਂਗੇ ਨਹੀਂ ਹੈ ਤੇ ਇਹਦਾ ਮਤਲਬ ਧਰਤੀ ਦਾ ਕੋਈ ਐਸਾ ਹਿੱਸਾ ਹੈ ਜਿੱਥੇ ਰੱਬ ਮੌਜੂਦ ਨਹੀਂ ਹੈ। ਰੱਬ ਨੂੰ ਦਾਇਰਿਆਂ ਵਿੱਚ ਸੀਮਤ ਕਰਨ ਦਾ ਪ੍ਰਯਾਸ ਬੜੇ ਵਿਅਕਤੀਆਂ ਨੇ ਕੀਤਾ। ਇੱਕ ਐਸਾ ਵਿਅਕਤੀ ਵੀ ਜੋ ਦੋ ਹੱਥਾਂ ਦੇ ਵਿਚਕਾਰ ਰੱਬ ਨੂੰ ਵਿਖਾਉਂਦਾ ਸੀ। ਉਹ ਰੱਬ ਜੋ ਅਸੀਮ ਹੈ, ਉਸ ਨੂੰ ਦੋਵਾਂ ਹੱਥਾਂ ਦੇ ਵਿਚਕਾਰ ਉਸਨੇ ਐ ਕਰਿਆ ਕਰਨਾ ਤੇ ਉਹਨੂੰ ਆਖਿਆ ਕਰਨਾ ਵੀ ਵਿਚਕਾਰ ਕੀ ਹੈ, ਤੁਸੀਂ ਆਖੋ ਕੱਖ ਵੀ ਨਹੀਂ, ਉਹਨੇ ਆਖਣਾ ਬਸ ਇਹੀ ਰੱਬ ਹੈ। ਕੀ ਰੱਬ ਕੁਝ ਵੀ ਨਹੀਂ ਹੈ? ਇਹਦਾ ਅਰਥ ਤੇ ਇਹ ਹੋਇਆ ਨਾ, ਮੈਥਮੈਟਿਕਲੀ ਤਾਂ ਇਹੀ ਮਤਲਬ ਨਿਕਲੇਗਾ ਵੀ ਰੱਬ ਕੁਝ ਵੀ ਨਹੀਂ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ ਉਹ ਅਪਾਰ ਹੈ, ਤੇ ਜਿਹੜੇ ਉਸ ਦੀ ਭਗਤੀ ਕਰਦੇ ਹਨ ਉਹ ਖੁਦ ਇਹ ਗੱਲ ਆਖਦੇ ਨੇ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਹੇ ਮਾਲਕ ਤੂੰ ਕਿਤਨਾ ਵੱਡਾ ਹੈ, ਇਹ ਤੇ ਤੂੰ ਖੁਦ ਹੀ ਜਾਣਦਾ ਹੈ। ਪਰ ਕਹਿੰਦੇ ਇੱਕ ਭਗਤ ਕੀ ਕਰਦਾ ਹੈ, ਕਹਿੰਦੇ ਪਰਮ ਜੋਤ ਸਿਓ ਪਰਚੋ ਲਾਵਾ। ਜੋ ਪਰਮ ਜੋਤ ਹੈ ਨਾ ਮਾਲਕ ਦੀ, ਪਰਮਾਤਮਾ ਦੀ, ਉਹ ਉਸ ਦੇ ਨਾਲ ਆਪਣੇ ਮਨ ਦਾ ਪਰਿਚੈ ਕਰਵਾਉਂਦਾ ਹੈ, ਆਪਣੇ ਮਨ ਨੂੰ ਪਰਚਾ ਲੈਂਦਾ ਹੈ। ਉਹ ਉਸ ਦੇ ਹੁਕਮ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਦੀ ਵੱਡੀ ਪ੍ਰਾਪਤੀ ਜੀਵਨ 'ਚ ਪਤਾ ਕੀ ਹੁੰਦੀ ਹੈ? ਜੋ ਅਹਿਸਾਸ ਕਰ ਲੈਂਦਾ ਹੈ ਕਿ ਰੱਬ ਮੇਰੇ ਅੰਦਰ ਹੈ, ਜੋ ਅਹਿਸਾਸ ਕਰ ਲੈਂਦਾ ਹੈ ਕਿ ਰੱਬ ਸਰਵ ਵਿਆਪਕ ਹੈ। ਸਤਿਗੁਰ ਆਖਦੇ ਨੇ ਪਾਂਚੋਂ ਇੰਦਰੀ ਨਿਗ੍ਰਹਿ ਕਰਈ। ਉਹ ਆਪਣੇ ਪੰਜੇ ਗਿਆਨ ਇੰਦਰੀਆਂ ਜਿਹੜੀਆਂ ਹਨ ਉਸ ਨੂੰ ਨਿਯੰਤਰਣ ਵਿੱਚ ਕਰ ਲੈਂਦਾ ਹੈ। ਇਹ ਨਿਸ਼ਾਨੀ ਹੈ ਭਗਤ ਕੀ। ਉਸ ਦੀਆਂ ਅੱਖਾਂ ਵੈਰੀ ਜਾਂ ਮਿੱਤਰ ਨਹੀਂ ਵੇਖਦੀਆਂ, ਉਸ ਦੀਆਂ ਅੱਖਾਂ ਸਿਰਫ ਮਨੁੱਖ ਵੇਖਦੀਆਂ ਹਨ। ਉਸ ਦੀਆਂ ਅੱਖਾਂ ਜਾਂ ਉਸ ਦੇ ਨੇਤਰਾਂ ਦੇ ਵਿੱਚੋਂ ਫਿਰ ਬਦਲਾ ਨਹੀਂ ਝਲਕਦਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਕੁਝ ਸਿੰਘ ਆਏ। ਜੰਗ ਤੋਂ ਬਾਅਦ ਇੱਕ ਮੁਸਲਮਾਨ ਦੀ ਪਤਨੀ ਜਿਹੜੀ ਸੀ ਨਾ, ਉਹ ਮੈਦਾਨ ਵਿੱਚ ਕਿਤੇ ਰਹਿ ਗਈ ਤੇ ਉਸ ਨੂੰ ਪਕੜ ਕੇ ਲਿਆਏ। ਕਹਿੰਦੇ ਸਤਿਗੁਰ ਇੱਕ ਇਸਤਰੀ ਮੁਗਲਾਂ ਦੀ ਪਕੜੀ ਗਈ ਹੈ, ਗੁਰਦੇਵ ਮਹਾਰਾਜ ਇਸ ਨਾਲ ਕੀ ਸਲੂਕ ਕਰੀਏ? ਉਹੀ ਸਲੂਕ ਜਿਵੇਂ ਸਾਡੀਆਂ ਭੈਣਾਂ ਤੇ ਔਰਤਾਂ ਜ਼ਲੀਲ ਕੀਤੀਆਂ ਜਾਂਦੀਆਂ ਨੇ ਮੁਗਲਾਂ ਦੁਆਰਾ, ਉਹੀ ਸਲੂਕ ਕਰੀਏ? ਗੁਰਦੇਵ ਮਹਾਰਾਜ ਕਹਿੰਦੇ ਨਹੀਂ। ਕੀ ਤੁਹਾਨੂੰ ਇਸ ਔਰਤ ਵਿੱਚੋਂ ਆਪਣੀ ਭੈਣ, ਇਸ ਔਰਤ ਦੇ ਵਿੱਚੋਂ ਆਪਣੀ ਮਾਂ ਜਾਂ ਆਪਣੀ ਬੇਟੀ ਨਜ਼ਰ ਨਹੀਂ ਆਉਂਦੀ? ਦਿਖਣਾ ਤੇ ਇਹ ਚਾਹੀਦਾ ਹੈ। ਭਾਵੇਂ ਤੁਹਾਡੇ ਵਿਰੋਧ ਵਿੱਚ ਇੱਕ ਵਿਰੋਧੀ ਖਲੋਤਾ ਹੈ, ਸਵਾਲ ਇਹ ਹੈ ਕਿ ਕੀ ਵਿਰੋਧੀ ਦੀ ਪਤਨੀ ਵੀ ਉਤਨੀ ਹੀ, ਜੇ ਅਸੀਂ ਇਉਂ ਹੀ ਫੈਸਲਾ ਕਰਾਂਗੇ ਜਿਵੇਂ ਸਤਿਗੁਰ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਰੇ ਨਿਰਣਾ ਕੀਤਾ ਗਿਆ, ਉੱਥੇ ਖਲੋਤਾ ਹੋਇਆ ਸੁੱਚਾਨੰਦ ਇਹੀ ਤੇ ਆਖਦਾ ਹੈ ਨਾ, ਅਖੀਰ ਦੇ ਵਿੱਚ ਜਿਹੜੀ ਦਲੀਲ ਤੇ ਸਭ ਤੋਂ ਵੱਧ ਕੇ ਸੰਤੁਸ਼ਟ ਹੁੰਦਾ ਹੈ ਵਜ਼ੀਰ ਖਾਨ, ਉਹ ਦਲੀਲ ਕੀ ਹੈ? ਬਸ ਇੱਕੋ ਦਲੀਲ ਉੱਤੇ ਕਿ ਇਹ ਸੱਪ ਦੇ ਬੇਟੇ ਹਨ, ਸਪੋਲੀਏ ਬਣਨਗੇ, ਵੱਡੇ ਹੋਣਗੇ ਤੇ ਹੋਰ ਅਸਲ ਦੇ ਵਿੱਚ ਜ਼ਹਿਰ ਉਗਲਣਗੇ। ਇਸ ਦਲੀਲ ਉੱਤੇ ਉਹ ਕਹਿੰਦਾ ਹਾਂ ਇਹ ਬਿਲਕੁਲ ਠੀਕ ਹੈ, ਭਾਵੇਂ ਇਸ ਦੇ ਪਿਤਾ ਦੇ ਨਾਲ ਸਾਡੀ ਦੁਸ਼ਮਣੀ ਹੈ ਤੇ ਇਸ ਨੂੰ ਇਹਨਾਂ ਨੂੰ ਵੀ ਮਾਰ ਦਿੱਤਾ ਜਾਵੇ। ਮਲੇਰਕੋਟਲੇ ਦਾ ਨਵਾਬ ਇਸ ਗੱਲ ਦੀ ਵਿਰੋਧਤਾ ਕਰਦਾ ਹੈ ਕਿ ਸਾਡੀ ਵਿਰੋਧਤਾ ਇਸ ਦੇ ਪਿਤਾ ਦੇ ਨਾਲ ਹੈ, ਬੱਚਿਆਂ ਨਾਲ ਨਹੀਂ। ਜਿਸ ਦੀਆਂ ਅੱਖਾਂ ਦੇ ਉੱਤੇ ਨਿਯੰਤਰਣ ਹੈ ਨਾ, ਉਸ ਦੀਆਂ ਅੱਖਾਂ ਦੇ ਵਿੱਚ ਬਦਲੇ ਦੀ ਭਾਵਨਾ ਨਹੀਂ ਹੁੰਦੀ। ਉਸ ਦੀਆਂ ਅੱਖਾਂ ਨਿਰਣਾ ਕਰਨੀਆਂ ਜਾਣਦੀਆਂ ਹਨ ਕਿ ਉਹ ਕੀ ਵੇਖ ਰਹੀਆਂ ਨੇ, ਉਸ 'ਚ ਅਸਲੀਅਤ ਕੀ ਹੈ ਤੇ ਗਲਤ ਕੀ ਹੈ। ਉਸ ਦੀ ਜ਼ੁਬਾਨ ਨੂੰ ਬੋਲਣ ਦਾ ਪੂਰਾ ਮਾਪ ਤੋਲ ਹੈ, ਮੈਂ ਕੀ ਬੋਲਣਾ ਹੈ, ਕਿਤਨਾ ਬੋਲਣਾ ਹੈ, ਕਿੱਥੇ ਬੋਲਣਾ ਹੈ, ਕਿਉਂਕਿ ਕ੍ਰੋਧ ਐਸੇ ਵਿਅਕਤੀ ਦੇ ਸਿਰ ਉੱਤੇ ਸਵਾਰ ਨਹੀਂ ਹੁੰਦਾ। ਕਬੀਰ ਜੀ ਆਖਦੇ ਨੇ, ਕਹਿੰਦੇ ਪੰਜੋਂ ਇੰਦਰੀਆਂ ਨੂੰ ਜਿਸਨੇ ਆਪਣੇ ਨਿਯੰਤਰਣ, ਆਪਣੇ ਵਸ 'ਚ ਕੀਤਾ ਹੋਵੇ। ਤੇ ਅਖੀਰ ਦੇ ਵਿੱਚ ਇੱਕ ਹੋਰ ਲੱਛਣ ਬਿਆਨਦੇ ਹਨ ਇਸ ਪਦੇ ਅੰਦਰ ਜੋ ਜ਼ਿਆਦਾ ਵਿਚਾਰਮਈ ਹੈ। ਉਹ ਕਹਿੰਦੇ ਨੇ ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਕਹਿੰਦੇ ਐਸਾ ਵਿਅਕਤੀ ਪਾਪ ਤੇ ਪੁੰਨ ਦੋਵਾਂ ਨੂੰ ਹੀ ਆਪਣੇ ਜੀਵਨ ਦੇ ਵਿੱਚੋਂ ਕੱਢ ਦਿੰਦਾ ਹੈ। ਪਾਪ ਕੋਈ ਵਿਅਕਤੀ ਤਿਆਗੇ, ਪਾਪ ਕੋਈ ਬੰਦਾ ਕੱਢ ਦਵੇ ਤੇ ਗੱਲ ਸਮਝ ਆਉਂਦੀ ਹੈ। ਸਾਨੂੰ ਕੋਈ ਇਹ ਆਖੇ ਨਾ ਕਿ ਪਾਪ ਕਰਨਾ ਛੱਡ ਦਿਓ, ਇਹ ਤੇ ਗੱਲ ਸਮਝ ਆਉਂਦੀ ਹੈ, ਚੰਗੀ ਗੱਲ ਹੈ। ਸਾਨੂੰ ਕੋਈ ਆਖੇ ਪੁੰਨ ਵੀ ਛੱਡ ਦਿਓ, ਪੁੰਨ ਦਾ ਵੀ ਤਿਆਗ ਕਰੋ। ਭਗਤ ਜਿਹੜਾ ਹੁੰਦਾ ਹੈ ਉਹ ਪੁੰਨ ਵੀ ਨਹੀਂ ਕਰਦਾ ਤੇ ਪਾਪ ਵੀ ਨਹੀਂ ਕਰਦਾ, ਫਿਰ ਤੇ ਹੈਰਾਨੀ ਵਾਲੀ ਗੱਲ ਹੈ ਕਿ ਪੁੰਨ ਵੀ ਨਾ ਕਰੇ ਤੇ ਪਾਪ ਵੀ ਨਾ ਕਰੇ। ਭਗਤ ਕਬੀਰ ਜੀ ਕਹਿੰਦੇ ਵਾਕਈ
ਜਿਹੜਾ ਵਿਅਕਤੀ ਰੱਬ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਜੋ ਰੱਬ ਦੇ ਸਾਹਮਣੇ ਆਪਣੀ ਹਸਤੀ ਗਵਾ ਦਿੰਦਾ ਹੈ ਨਾ, ਉਹ ਫਿਰ ਪੁੰਨ ਪਾਪ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਪੁੰਨ ਪਾਪ ਤੋਂ ਤਾਂ ਉਸਦਾ ਜੀਵਨ ਬੜਾ ਉੱਚਾ ਉੱਠ ਜਾਂਦਾ ਹੈ। ਹੁਣ ਇਸ ਨੁਕਤੇ ਨੂੰ ਸਮਝਣ ਦਾ ਯਤਨ ਕਰੀਏ। ਬਾਣੀ ਦੇ ਵਿੱਚ ਕੋਈ ਵਿਅਕਤੀ ਪੁੰਨ ਪਾਪ ਕਿਵੇਂ ਤਿਆਗਦਾ ਹੈ, ਤੇ ਕਬੀਰ ਜੀ ਸਿਰਫ ਇੱਥੇ ਹੀ ਨਹੀਂ ਕਹਿ ਰਹੇ। ਕਬੀਰ ਜੀ ਇਸ ਤੋਂ ਵੀ ਇੱਕ ਹੋਰ ਨਿਰਣਾ ਦਿੰਦੇ ਨੇ ਨਾਲ ਲੱਗਦਾ। ਉਹ ਆਖਦੇ ਨੇ, ਕਹਿੰਦੇ ਤੂੰ ਪਾਪ ਪੁੰਨ ਦੀ ਬੰਦਿਆ ਗੱਲ ਕਰਦਾ ਹੈ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ ਆਨ। ਕਹਿੰਦੇ ਪਾਪ ਤੇ ਪੁੰਨ ਦੇ ਵਿੱਚ ਕੋਈ ਬਹੁਤਾ ਫਰਕ ਥੋੜੀ ਹੈ, ਤਾਂ ਦੋਵੇਂ ਇੱਕੋ ਸਮਾਨ ਹਨ। ਪਾਪ ਪੁੰਨ ਦੋਏ ਏਕ ਸਮਾਨ, ਕਹਿੰਦੇ ਇਹ ਪਾਪ ਤੇ ਪੁੰਨ ਤਾਂ ਇੱਕੋ ਜਿਹੇ ਹਨ। ਨਿਜ ਘਰ ਪਾਰਸ, ਤੇਰੇ ਅੰਦਰ ਰੱਬ ਵਸਦਾ ਹੈ, ਤੂੰ ਉਸ ਰੱਬ ਨੂੰ ਛੱਡ ਕੇ ਪਾਪ ਤੇ ਪੁੰਨ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ। ਜਦੋਂ ਤੱਕ ਪਾਪ ਤੇ ਪੁੰਨ ਦੇ ਚੱਕਰਾਂ ਵਿੱਚ ਪਿਆ ਹੈ ਨਾ, ਉਦੋਂ ਤੱਕ ਤੂੰ ਰੱਬ ਦੇ ਨਾਲ ਇੱਕਮਿਕ ਨਹੀਂ ਹੋ ਸਕਦਾ। ਤੇ ਕਬੀਰ ਜੀ ਇਸ ਦਾ ਕਾਰਨ ਵੀ ਸਮਝਾਉਂਦੇ ਨੇ, ਬਾਣੀ ਅੰਦਰ ਲਿਖਿਆ। ਗੁਰਦੇਵ ਪਾਤਸ਼ਾਹ ਜੀ ਕੇ ਵੀ ਬਚਨ ਹਨ। ਕਬੀਰ ਜੀ ਐਸਾ ਕਿਉਂ ਕਹਿ ਰਹੇ ਨੇ, ਅਸੀਂ ਉਹ ਵੀ ਸਾਂਝਾ ਕਰਾਂਗੇ। ਸਤਿਗੁਰ ਨੇ ਬਰੀਕੀ ਨਾਲ ਇਸ ਨੂੰ ਸ਼ੁਰੂ ਕੀਤਾ। ਗੁਰਦੇਵ ਆਖਦੇ ਨੇ, ਕਹਿੰਦੇ ਪਾਪ ਤੇ ਪੁੰਨ ਰਹਿ ਹੀ ਉੱਥੇ ਜਾਂਦਾ ਹੈ ਜਿੱਥੇ ਵਿਅਕਤੀ ਪਰਮਾਤਮਾ ਦੇ ਨਾਲ ਅਭੇਦ ਨਹੀਂ ਹੁੰਦਾ। ਮਨ ਕਾ ਕਹਿਆ ਮਨਸਾ ਕਰੈ, ਜੋ ਮਨ ਆਖ ਰਿਹਾ ਹੈ ਵਿਅਕਤੀ ਦੀ ਮਨਸਾ। ਮਨਸਾ ਦਾ ਅਰਥ ਕੀਤਾ ਗਿਆ ਬੁੱਧ, ਮਤ। ਵਿਅਕਤੀ ਦੀ ਮਤ ਉਹ ਕਰਦੀ ਹੈ ਜੋ ਵਿਅਕਤੀ ਦਾ ਮਨ ਕਹਿ ਰਿਹਾ ਹੈ। ਮਨ ਕਾ ਕਹਿਆ ਮਨਸਾ ਕਰੈ, ਇਹਦਾ ਮਤਲਬ ਮਨ ਉੱਚਾ ਹੋ ਗਿਆ ਤੇ ਮਤ ਨੀਵੀਂ ਹੋ ਗਈ। ਅਸੀਂ ਰੋਜ਼ ਅਰਦਾਸ 'ਚ ਕੀ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਤੇ ਹੋ ਕੀ ਗਿਆ? ਹੋ ਇਹ ਗਿਆ ਹੈ ਜਿੱਥੇ ਪਾਪ ਪੁੰਨ ਦੀ ਗੱਲ ਚੱਲਦੀ ਹੈ, ਉੱਥੇ ਇਹ ਹੋ ਗਿਆ ਮਨ ਹੋ ਗਿਆ ਉੱਚਾ ਤੇ ਮਤ ਹੋ ਗਈ ਹੈ ਨੀਵੀਂ। ਮਤ ਅਸਲ ਵਿੱਚ ਮਨ ਦਾ ਆਖਿਆ ਕਰਦੀ ਹੈ। ਕਹਿੰਦੇ ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪਾਪ ਪੁੰਨ ਉਚਰੈ। ਇਹ ਮਨ ਜਿਹੜਾ ਹੈ ਫਿਰ ਕੀ ਕਰਦਾ ਹੈ? ਇਹ ਮਨ ਕਹਿ ਰਿਹਾ ਵੀ ਮਤ ਇਹ ਪਾਪ ਹੁੰਦੀ ਹੈ, ਇਹ ਪਾਪ ਹੁੰਦਾ ਹੈ ਤੇ ਇਹ ਪੁੰਨ ਹੁੰਦਾ ਹੈ। ਇਹ ਮਨ ਪੁੰਨ ਪਾਪ ਉਚਰੈ, ਇਹ ਮਨ ਪਾਪ ਤੇ ਪੁੰਨ ਦੇ ਵਿਚਕਾਰ ਉਲਝਿਆ ਪਿਆ ਹੈ। ਹੁਣ ਪਾਪ ਪੁੰਨ ਦੀ ਪਰਿਭਾਸ਼ਾ ਜਦੋਂ ਗੁਰਦੇਵ ਜੀ ਕੀ ਬਾਣੀ ਵਿੱਚੋਂ ਆਉਂਦੀ ਹੈ ਨਾ ਕਿ ਇਹ ਇੱਕ ਸਮਾਨ ਹੈ, ਤੇ ਮਤ ਜਾਂ ਮਨ ਉਸ ਪਾਪ ਪੁੰਨ ਚ ਉਲਝੀ ਹੈ। ਤੇ ਇਹ ਪਾਪ ਪੁੰਨ ਪਤਾ ਕਿਹੜਾ ਹੈ? ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਸਤਿਗੁਰ ਮਹਾਰਾਜ ਆਖਦੇ ਨੇ, ਜਦੋਂ ਬੰਦੇ ਸਾਹਮਣੇ ਦੋ ਹਸਤੀਆਂ ਖੜੀਆਂ ਕਰਤੀਆਂ ਨਾ, ਦੋ ਥਾਂ ਬਣਾ ਤੇ, ਇੱਕ ਸਵਰਗ ਹੈ ਤੇ ਇੱਕ ਨਰਕ ਹੈ। ਸਵਰਗ ਵਿੱਚ ਕੀ ਹੈ? ਸਵਰਗ ਦੇ ਵਿੱਚ ਸ਼ਰਾਬ ਦੀ ਨਦੀ ਵਗਦੀ ਹੈ। ਉਸ ਸਵਰਗ ਦੇ ਵਿੱਚ ਨੰਗੀਆਂ ਧੜੰਗੀਆਂ ਬੀਬੀਆਂ ਜਿਹੜੀਆਂ ਹਨ ਉਹ ਨਾਚ ਕਰਦੀਆਂ ਨੇ। ਸਵਰਗ ਵਿੱਚ ਬੰਦੇ ਨੂੰ ਕੋਈ ਕੰਮ ਨਹੀਂ ਹੁੰਦਾ, ਜਿਤਨੀ ਮਰਜ਼ੀ ਸ਼ਰਾਬ ਪੀਏ, ਜਿਤਨਾ ਮਰਜ਼ੀ ਨਾਚ ਵੇਖੇ। ਫਿਰ ਇੱਥੇ ਹੀ ਨਹੀਂ, ਸਵਰਗ ਦੇ ਵਿੱਚ ਖਾਣ ਵਾਸਤੇ ਚੰਗੇ ਚੰਗੇ ਫਲ ਮਿਲਦੇ ਨੇ, ਹਰ ਪ੍ਰਕਾਰ ਦੀ ਸਹੂਲਤ ਸਵਰਗ ਵਿੱਚ ਹੈ। ਪਰ ਖਿਮਾ ਕਰਨਾ, ਇਹੋ ਜੀ ਜਗ੍ਹਾ ਜਿਸ ਨੂੰ ਅਸੀਂ ਸਵਰਗ ਕਹਿੰਦੇ ਆ, ਜੇ ਸਾਡੇ ਇਸ ਸਮਾਜ ਵਿੱਚ ਵੇਖਣੀ ਹੋਵੇ ਨਾ, ਤੇ ਮੈਂ ਲਫ਼ਜ਼ ਨਹੀਂ ਵਰਤਾਂਗਾ, ਪਰ ਅਸੀਂ ਜਾਣਦੇ ਹਾਂ ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ ਹੈ। ਜਿੱਥੇ ਇਸ ਤਰ੍ਹਾਂ ਦੇ ਨਾਚ ਵਿਖਦੇ ਹੋਣ, ਜਿੱਥੇ ਪੀਣ ਵਾਸਤੇ ਬੇਇੰਤਹਾਸ਼ਾ ਨਸ਼ਾ ਪ੍ਰਾਪਤ ਹੁੰਦਾ ਹੋਵੇ, ਜਿਸ ਜਗ੍ਹਾ ਦੇ ਉੱਤੇ ਤੁਹਾਨੂੰ ਕੰਮ ਕੋਈ ਨਾ ਕਰਨਾ ਪਵੇ, ਤੇ ਉਸ ਜਗ੍ਹਾ ਨੂੰ ਅਸੀਂ ਕੀ ਕਹਿੰਦੇ ਹਾਂ, ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਪਰ ਇਸ ਨੂੰ ਧਾਰਮਿਕ ਕੁਝ ਗ੍ਰੰਥਾਂ ਦੇ ਅੰਦਰ ਸਵਰਗ ਆਖਿਆ ਗਿਆ, ਤੇ ਇਹ ਤਾਂ ਫਿਰ ਸਵਰਗ ਬੰਦਿਆਂ ਵਾਸਤੇ ਹੋਇਆ ਨਾ। ਬੰਦੇ ਤਾਂ ਬੀਬੀਆਂ ਦਾ ਨਾਚ ਵੇਖਣਗੇ, ਤੇ ਬੀਬੀਆਂ ਉਹ ਵਿਚਾਰੀਆਂ ਸਵਰਗ ਜਾ ਕੇ ਵਿਹਲੀਆਂ ਹੋ ਜਾਣਗੀਆਂ। ਜਾਂ ਤੇ ਫਿਰ ਉਹ ਬੀਬੀਆਂ ਜਿਹੜੀਆਂ ਵਿਚਾਰੀਆਂ ਨਾਚ ਕਰਨਾ ਜਾਣਦੀਆਂ ਨੇ, ਉਹ ਉੱਥੇ ਵੀ ਬੰਦਿਆਂ ਦੇ ਮਨੋਰੰਜਨ ਵਾਸਤੇ ਭਰਤੀ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਹੀ ਹੋਏਗਾ ਨਾ। ਸਵਰਗ ਦਾ ਬੂਹਾ ਮੁੱਖ ਰੂਪ ਦੇ ਵਿੱਚ ਨਰਕ ਇਸਤਰੀ ਵਾਸਤੇ ਤੇ ਬੰਦ ਹੀ ਕੀਤਾ ਗਿਆ ਹੈ, ਕਿਉਂਕਿ ਜਿਹੜੇ ਧਰਮ ਗ੍ਰੰਥ ਇਹ ਕਹਿੰਦੇ ਹੁਣ ਵੀ ਔਰਤ ਨਰਕ ਦਾ ਦੁਆਰ ਹੈ, ਉਸ ਨੂੰ ਸਵਰਗ 'ਚ ਕਿਵੇਂ ਜਾਣ ਦੇਣਗੇ? ਇਸ ਕਰਕੇ ਕੋਈ ਸਹੂਲਤ ਬੀਬੀਆਂ ਵਾਸਤੇ ਤਾਂ ਸਵਰਗ ਦੇ ਵਿੱਚ ਨਹੀਂ ਹੈ, ਇਹ ਸਖੌਤੀ ਸਵਰਗ 'ਚ। ਫਿਰ ਨਰਕ ਦੀ ਆਪਣੀ ਪਰਿਭਾਸ਼ਾ ਹੈ। ਉੱਥੇ ਬਹੁਤ ਵੱਡੇ ਵੱਡੇ ਤੇਲ ਦੇ ਕੜਾਏ ਹਨ, ਉੱਥੇ ਦਰਖਤ ਨੇ ਜਿਨ੍ਹਾਂ ਨੂੰ ਕੰਡੇ ਕੰਡੇ ਲੱਗੇ ਹੋਏ ਹਨ, ਇਤਨੇ ਨਾਲ ਜੁੜੇ ਹਨ ਕਿ ਸੂਈ ਮਸਾਂ ਨਿਕਲਦੀ ਹੈ, ਉਹਦੇ ਵਿੱਚੋਂ ਬੰਦਿਆਂ ਨੂੰ ਕੱਢੇ ਜਾਣਾ ਹੈ, ਤੇਲ ਦੇ ਕੜਾਇਆਂ ਵਿੱਚ ਤਲਿਆ ਜਾਣਾ ਹੈ। ਇਹੋ ਜਿਹਾ ਨਰਕ, ਜਦ ਇਹੋ ਜਿਹਾ ਸਵਰਗ ਤੇ ਨਰਕ ਦਿਖਾਇਆ ਨਾ, ਤੇ ਫਿਰ ਗੁਰੂ ਅਮਰਦਾਸ ਮਹਾਰਾਜ ਕੇ ਬਚਨ ਚੇਤੇ ਕਰੀਓ। ਪਤਾ ਕੀ ਆਖਦੇ ਨੇ? ਕਹਿੰਦੇ ਇਹੋ ਜਿਹਾ ਸਵਰਗ ਤੇ ਨਰਕ ਪਹਿਲੇ ਬਣਾਇਆ, ਫਿਰ ਇਹੋ ਜਿਹੇ ਸਵਰਗ ਤੇ ਨਰਕ ਨੂੰ ਸਮਝਾਉਣ ਵਾਸਤੇ ਬੰਦੇ ਨੇ ਸਿਮਰਤੀਆਂ ਤੇ ਸ਼ਾਸਤਰ ਬਿਆਨੇ। ਤੇ ਉਹਨਾਂ ਸਿਮਰਤੀਆਂ ਤੇ ਸ਼ਾਸਤਰਾਂ ਵਿੱਚ ਪਤਾ ਕੀ ਲਿਖਿਆ? ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੇ।
ਉਹਨਾਂ ਸਿਮਰਤੀਆਂ ਤੇ ਸ਼ਾਸਤਰਾਂ ਨੇ ਬੰਦੇ ਨੂੰ ਪੁੰਨ ਪਾਪ ਬਾਰੇ ਸਮਝਾਇਆ। ਹਰ ਉਸ ਕੰਮ ਨੂੰ ਪੁੰਨ ਕਹਿ ਕੇ ਬਿਆਨਿਆ ਜਿਹੜਾ ਕੰਮ ਬੰਦਿਆ ਤੈਨੂੰ ਸਵਰਗ ਦਿਵਾਏਗਾ। ਹਰ ਉਸ ਕੰਮ ਨੂੰ ਪਾਪ ਕਹਿ ਕੇ ਪ੍ਰਭਾਸ਼ਿਤ ਕੀਤਾ ਜਿਹੜਾ ਕੰਮ ਤੈਨੂੰ ਨਰਕਾਂ ਦੇ ਵਿੱਚ ਲੈ ਕੇ ਜਾਏਗਾ। ਜਦੋਂ ਬੰਦੇ ਦੀ ਮਨ ਦੇ ਅਨੁਸਾਰ ਇੱਕ ਸਵਰਗ ਤੇ ਨਰਕ ਬਣਾਇਆ, ਫਿਰ ਪੁੰਨ ਤੇ ਪਾਪ ਬਣਾਇਆ, ਫਿਰ ਬ੍ਰਾਹਮਣ ਨੇ ਆਪਣਾ ਚੱਕਰ ਚਲਾਇਆ ਤੇ ਉਹ ਆਖਦਾ ਹੁਣ ਮੈਂ ਤੈਨੂੰ ਦੱਸਦਾ ਵੀ ਕਿਹੜਾ ਕਿਹੜਾ ਕੰਮ ਪੁੰਨ ਹੈ ਤੇ ਕਿਹੜਾ ਕਿਹੜਾ ਕੰਮ ਪਾਪ ਹੈ। ਹੁਣ ਮੈਂ ਤੈਨੂੰ ਦੱਸਾਂਗਾ। ਇਸੇ ਕਰਕੇ ਪੁੰਨ ਵਾਲੇ ਸੈਂਕੜੇ ਕੰਮਾਂ ਦੀ ਗਿਣਤੀ ਸਤਿਗੁਰ ਨੇ ਬਾਣੀ ਅੰਦਰ ਲਿਖੀ, ਜਿਸ ਨੂੰ ਮੈਂ ਪਹਿਲਾਂ ਬਿਆਨਿਆ ਸੀ ਨਾ, ਅਸੀਂ ਸਾਂਝਾ ਕੀਤਾ ਸੀ ਵੀ ਕੋਈ ਪਾਪ ਛੱਡਣ ਵਾਸਤੇ ਗੱਲ ਕਰੇ ਤੇ ਗੱਲ ਵੱਖਰੀ ਹੈ, ਪੁੰਨ ਵੀ ਛੱਡ ਦੇਣਾ, ਬਿਲਕੁਲ ਛੱਡਣਾ ਹੈ। ਉਹ ਪੁੰਨ ਭਗਤ ਸਾਹਿਬਾਨ ਨੇ ਆਪਣੀ ਬਾਣੀ ਅੰਦਰ ਬਿਆਨਿਆ ਹੈ। ਕਹਿੰਦੇ ਬ੍ਰਾਹਮਣ ਨੇ ਜਦੋਂ ਪੁੰਨ ਪਰਿਭਾਸ਼ਿਤ ਕਰਨੇ ਸ਼ੁਰੂ ਕੀਤੇ ਤੇ ਲੋਕੋ ਦੇਖੋ ਕੀ ਕੀ ਕੀਤਾ ਗਿਆ, ਲੋਕਾਂ ਨੇ ਕਿਸ ਹੱਦ ਤੱਕ ਜਾ ਕੇ ਪੁੰਨ ਕਮਾਏ ਨੇ। ਕਹਿੰਦੇ ਬਨਾਰਸੀ ਤਪ ਕਰੇ ਉਲਟਾ ਲਟਕ ਕੇ ਬਨਾਰਸ ਦੇ ਵਿੱਚ ਜਾ ਕੇ ਵਿਅਕਤੀ ਤਪ ਕਰ ਰਹੇ ਨੇ, ਕਿਉਂਕਿ ਇਹ ਪੁੰਨ ਦਾ ਕੰਮ ਹੈ। ਤੇ ਪਿੱਛੇ ਘਰ ਪਰਿਵਾਰ, ਆਪਣੀ ਜ਼ਮੀਨ ਜਾਇਦਾਦ ਉਸ ਬ੍ਰਾਹਮਣ ਨੂੰ ਦਾਨ ਕਰਕੇ ਗਏ ਵੀ ਇਹ ਤੂੰ ਸਾਂਭ, ਜਾਂ ਆਪਣੇ ਹੋਰ ਬੰਦਿਆਂ ਨੂੰ ਦਾਨ ਕਰ ਗਏ ਤੇ ਬ੍ਰਾਹਮਣ ਨੂੰ ਆਖਿਆ ਕਿ ਸਾਰੀ ਦੇਖ ਰੇਖ ਤੇਰੀ ਹੈ, ਅਸੀਂ ਚੱਲੇ ਹਾਂ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਬ੍ਰਾਹਮਣ ਨੇ ਆਖਿਆ ਜੇ ਕਿਤੇ ਤੁਸੀਂ ਬਨਾਰਸ ਦੀ ਧਰਤੀ ਉੱਤੇ ਜਾ ਕੇ ਮਰੋ ਨਾ, ਇਹ ਪਵਿੱਤਰ ਧਰਤੀ ਹੈ, ਇੱਥੇ ਮੁਕਤੀ ਮਿਲਦੀ ਹੈ। ਸਿਰਫ ਜਾਣਕਾਰੀ ਮਾਤਰ ਭਗਤ ਸਾਹਿਬਾਨ ਨੇ ਤੇ ਬਾਣੀ ਅੰਦਰ ਆਖਿਆ, ਕਹਿੰਦਾ ਹਰ ਕਾ ਸੰਤ ਮਰੈ ਹੜੰਬੈ ਸਗਲੀ ਸੈਨ ਤਰਾਈ। ਕਹਿੰਦੇ ਕੋਈ ਫਰਕ ਨਹੀਂ ਪੈਂਦਾ ਜਿਸ ਨੂੰ ਸਰਾਪੀ ਹੋਈ ਧਰਤੀ ਆਖਦਾ ਹੈ ਨਾ ਬ੍ਰਾਹਮਣ। ਹਰੀ ਕਾ ਭਗਤ ਆਪਣੀ ਭਗਤੀ ਦੁਆਰਾ ਮੁਕਤ ਹੈ। ਇਹ ਮਾਇਨੇ ਨਹੀਂ ਰੱਖਦੇ ਕਿ ਉਹ ਜੰਮਦਾ ਕਿੱਥੇ ਹੈ ਤੇ ਮਰਦਾ ਕਿੱਥੇ ਹੈ। ਖੈਰ, ਮਹਾਭਾਰਤ ਵੇਖੀ ਤਾਂ ਬੜੇ ਲੋਕਾਂ ਨੇ ਹੋਏਗੀ, ਕਿਉਂਕਿ ਸਭ ਸਿਆਣੇ ਬੈਠੇ ਜੇ। ਸਾਡੀਆਂ ਉਮਰਾਂ ਵਿੱਚ ਤੇ ਮਹਾਭਾਰਤ ਚੱਲਦੀ ਸੀ, ਐਤਵਾਰ ਨੂੰ ਸਵੇਰੇ ਸਵੇਰੇ ਆਉਣੀ ਤੇ ਸਾਰਾ ਮੁਲਕ ਇਕੱਠਾ ਹੋ ਜਾਂਦਾ ਸੀ ਟੀਵੀ ਮੂਹਰੇ ਮਹਾਭਾਰਤ ਵੇਖਣ ਵਾਸਤੇ। ਤੁਹਾਨੂੰ ਜਾਣ ਕੇ ਸ਼ਾਇਦ ਹੈਰਾਨੀ ਹੋਏਗੀ, ਕੁਝ ਵਿਅਕਤੀਆਂ ਨੂੰ ਪਤਾ ਵੀ ਹੋਏਗਾ, ਮਹਾਭਾਰਤ ਦੀ ਧਰਤੀ, ਮਹਾਭਾਰਤ ਦੀ ਉਸ ਰਚਨਾ ਦੇ ਵਿੱਚ ਪੰਜਾਬ ਦੀ ਜਿਹੜੀ ਧਰਤੀ ਹੈ ਨਾ, ਇਸ ਨੂੰ ਅਸ਼ੁੱਧ ਧਰਤੀ ਆਖਿਆ ਗਿਆ ਹੈ। ਉਹ ਧਰਤੀ ਜਿੱਥੇ ਰਾਵੀ, ਚਨਾਬ, ਸਿੰਧ, ਸਤਲੁਜ ਇਤਿਆਦਿਕ ਦਰਿਆ ਵਹਿੰਦੇ ਨੇ। ਮਹਾਭਾਰਤ ਵਿੱਚ ਲਿਖਿਆ ਗਿਆ ਹੈ ਜਿਹੜਾ ਆਰੀਆ ਵਿਅਕਤੀ ਇਸ ਧਰਤੀ ਉੱਤੇ ਪੈਰ ਰੱਖਦਾ ਹੈ ਨਾ, ਉਸ ਦਾ ਜਨਮ ਭ੍ਰਿਸ਼ਟਿਆ ਜਾਂਦਾ ਹੈ। ਇਹ ਸਾਡੀ ਪੰਜਾਬ ਦੀ ਧਰਤੀ ਦੇ ਬਾਰੇ ਮਹਾਭਾਰਤ ਵਿੱਚ ਲਿਖਿਆ ਹੈ। ਸਾਨੂੰ ਪੰਜਾਬ ਨਾਲ ਵੀ ਪਿਆਰ ਹੈ ਤੇ ਮਹਾਭਾਰਤ ਨਾਲ ਵੀ ਬਹੁਤਿਆਂ ਨੂੰ ਪਿਆਰ ਹੈਗਾ। ਹੁਣ ਇਹ ਦੋ ਪਿਆਰ ਕਿਵੇਂ ਨਿਭ ਸਕਦੇ ਨੇ? ਉਹ ਲਿਖਦੇ, ਕਹਿੰਦੇ ਪੈਰਾਂ ਦਾ ਸਭ ਤੋਂ ਵੱਡਾ ਪਾਪ ਪਤਾ ਕੀ ਹੈ? ਪੈਰਾਂ ਦਾ ਸਭ ਤੋਂ ਵੱਡਾ ਪਾਪ ਹੈ ਕਿ ਇਹ ਉਸ ਪੰਜਾਬ ਦੀ ਧਰਤੀ ਤੇ ਜਾ ਕੇ ਖਲੋ ਗਏ ਨੇ। ਬ੍ਰਾਹਮਣ ਦਾ ਗ੍ਰੰਥ ਭਰੇ ਪਏ ਨੇ ਇਸ ਕੰਮ ਨਾਲ, ਕਿਹੜੀ ਧਰਤੀ ਪਵਿੱਤਰ ਹੈ, ਕਿਹੜੀ ਅਪਵਿੱਤਰ ਹੈ। ਇੱਕ ਵਾਰੀ ਜਿਹੜਾ ਵਿਅਕਤੀ ਸਮੁੰਦਰ ਪਾਰ ਕਰ ਜਾਏ, ਸਮੁੰਦਰ ਦੇ ਵਿੱਚ ਜਾਣਾ, ਸਮੁੰਦਰ ਪਾਰ ਕਰਨਾ, ਇਹ ਆਪਣੇ ਆਪ 'ਚ ਬਹੁਤ ਵੱਡਾ ਪਾਪ ਹੈ। ਜਿਸਨੇ ਪਾਪ ਕਰ ਲਿਆ, ਉਹ ਭਾਵੇਂ ਬ੍ਰਾਹਮਣ ਵੀ ਕਿਉਂ ਨਾ ਹੋਵੇ, ਉਹ ਸਾਰੀ ਉਮਰ ਕਦੀ ਸਵਰਗ ਦਾ ਅਧਿਕਾਰੀ ਬਣ ਹੀ ਨਹੀਂ ਸਕਦਾ, ਉਹ ਨਰਕਾਂ 'ਚ ਰਹੇਗਾ। ਇਹ ਵੀ ਆਪਣੇ ਆਪ ਦੇ ਵਿੱਚ ਪਾਪ ਹੈ। ਤੇ ਪੁੰਨ ਕੀ ਹੈ? ਪੁੰਨ ਇਹੀ ਹੈ, ਬ੍ਰਾਹਮਣ ਨੇ ਜਿਹੜਾ ਜੀਵਨ ਜਾਚ ਦਾ ਦਾਇਰਾ ਖਿੱਚ ਦਿੱਤਾ ਨਾ, ਬੰਦਾ ਉਸ ਤੋਂ ਬਾਹਰ ਨਾ ਰਵੇ। ਤੁਸੀਂ ਵੇਖੋ ਹਿੰਦੁਸਤਾਨ ਦੇ ਸਮਾਜ ਵਿੱਚ ਅਵਤਾਰਵਾਦ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਇੱਥੇ ਰਾਮ ਵਰਗੇ ਅਵਤਾਰੀ ਤੇ ਕ੍ਰਿਸ਼ਨ ਵਰਗੇ ਅਵਤਾਰੀਆਂ ਦੀ ਪੂਜਾ ਹੁੰਦੀ ਹੈ। ਦੋ ਹੀ ਅਵਤਾਰਾਂ ਨੂੰ ਬਹੁਤੀ ਮਾਨਤਾ ਮਿਲਦੀ ਹੈ ਨਾ, ਬਾਕੀਆਂ ਨੂੰ ਤਾਂ ਬਹੁਤੀ ਪਛਾਣ ਨਹੀਂ ਹੈ। ਰਾਮ ਦੇ ਨਾਮ ਤੇ ਰਮਾਇਣ ਹੈਗੀ ਹੈ, ਕ੍ਰਿਸ਼ਨ ਦੇ ਨਾਮ ਤੇ ਗੀਤਾ ਤੇ ਮਹਾਭਾਰਤ ਹੈਗੀ। ਟੀਵੀ ਦੇ ਉੱਤੇ ਵੀ ਇਹਨਾਂ ਦੀਆਂ ਲੀਲਾਵਾਂ ਤੇ ਕਥਾਵਾਂ ਸੁਣਾਈਆਂ ਤੇ ਵਿਖਾਈਆਂ ਜਾਂਦੀਆਂ ਨੇ। ਰਾਮ 14 ਕਲਾ ਸੰਪੂਰਨ ਕਿਹਾ ਜਾਂਦਾ ਹੈ ਤੇ ਕ੍ਰਿਸ਼ਨ 16 ਕਲਾ। ਕ੍ਰਿਸ਼ਨ ਦੇ ਵਿੱਚ 2 ਕਲਾਵਾਂ ਵੱਧ ਹਨ। ਪਰ ਹੈਰਾਨੀਜਨਕ ਗੱਲ ਹੈ ਨਾ ਕਿ ਹਿੰਦੁਸਤਾਨ 'ਚ ਹਮੇਸ਼ਾ ਰਾਮ ਰਾਜ ਦੀ ਗੱਲ ਕੀਤੀ ਜਾਂਦੀ ਹੈ, ਕ੍ਰਿਸ਼ਨ ਰਾਜ ਦੀ ਗੱਲ ਨਹੀਂ ਕੀਤੀ ਜਾਂਦੀ। ਸੱਚਾਈ ਹੈ। ਕਿਉਂ? ਕਿਉਂਕਿ ਕ੍ਰਿਸ਼ਨ ਲੀਲਾ ਪੁਰਸ਼ੋਤਮ ਹੈ ਤੇ ਰਾਮ ਮਰਿਆਦਾ ਪੁਰਸ਼ੋਤਮ ਹੈ। ਰਾਮ ਮਰਿਆਦਾ ਨੂੰ ਮੰਨਣ ਦੇ ਵਿੱਚ ਉੱਤਮ ਪੁਰਖ ਹੈ, ਸਭ ਤੋਂ ਉੱਤਮ ਪੁਰਖ। ਜਿਸ ਵਿਅਕਤੀ ਨੇ ਆਪਣੇ ਜੀਵਨ ਦਾ ਜੰਮਣ, ਮਰਨਾ, ਖਾਣਾ, ਪੀਣਾ, ਰਹਿਣਾ, ਸਹਿਣਾ ਹਰ ਕੰਮ ਮਰਿਆਦਾ ਵਿੱਚ ਕੀਤਾ ਹੈ, ਤੇ ਉਹ ਮਰਿਆਦਾ ਨੂੰ ਬਣਾਉਣ ਵਾਲਾ ਕੌਣ ਹੈ? ਉਹ ਬ੍ਰਾਹਮਣ ਹੈ। ਮਰਿਆਦਾ ਨੂੰ ਬ੍ਰਾਹਮਣ ਬਣਾਏਗਾ, ਲਾਗੂ ਰਾਮਚੰਦਰ ਕਰਵਾਏਗਾ। ਇਸ ਕਰਕੇ ਰਾਮਚੰਦਰ ਜ਼ਿਆਦਾ ਫਿੱਟ ਬੈਠਦਾ ਹੈ, ਕਿਉਂਕਿ ਉਹ ਮਰਿਆਦਾ ਪੁਰਸ਼ੋਤਮ ਹਨ।
ਉਹ ਮਰਿਆਦਾ ਲਾਗੂ ਕਰਵਾ ਰਿਹਾ। ਅੱਜ ਵੀ ਜਦੋਂ ਕਹਿੰਦੇ ਹਨ ਨਾ ਰਾਮ ਰਾਜ ਲਾਗੂ ਕਰਨਾ ਹੈ, ਰਾਮ ਰਾਜ ਲਾਗੂ ਕਰਨ ਦਾ ਅਰਥ ਹੈ ਉਹ ਮਨੂ ਸਮ੍ਰਿਤੀ ਜਿਸ ਨੂੰ ਸੈਂਕੜੇ ਵਿਅਕਤੀਆਂ ਨੇ ਨਕਾਰਿਆ, ਕੁਝ ਵਿਅਕਤੀਆਂ ਨੇ ਉਸ ਨੂੰ ਪਾੜਿਆ ਤੇ ਕੁਝ ਨੇ ਅਗਨ ਭੇਟ ਵੀ ਕੀਤਾ ਹੈ, ਉਸ ਮਨੂ ਸਮ੍ਰਿਤੀ ਅਨੁਸਾਰ ਸਮਾਜ ਦੁਬਾਰਾ ਬਣਾਇਆ ਜਾਏਗਾ। ਪਾਪ ਕੀ ਹੈ, ਪੁੰਨ ਕੀ ਹੈ, ਇਹ ਮਨੂ ਸਮ੍ਰਿਤੀ ਦੱਸੇਗੀ। ਮਨੂ ਸਮ੍ਰਿਤੀ ਦੱਸੇਗੀ ਕਿ ਗਊ ਹੱਤਿਆ ਪਾਪ ਹੈ, ਗਊ ਨਹੀਂ ਵੱਢੀ ਜਾ ਸਕਦੀ। ਉਹ ਮਨੂ ਸਮ੍ਰਿਤੀ ਦੱਸੇਗੀ ਕਿ ਬ੍ਰਾਹਮਣ ਦੀ ਪਦਵੀ ਕਿਤਨੀ ਉੱਚੀ ਹੈ ਸਮਾਜ ਦੇ ਵਿੱਚ, ਤੇ ਸ਼ੂਦਰ ਜਿਹੜਾ ਹੈ ਨਾ ਇਹ ਪੈਰਾਂ 'ਚੋਂ ਪੈਦਾ ਹੋਇਆ ਤੇ ਪੈਰਾਂ 'ਚ ਹੀ ਰਹਿਣ ਦੇ ਕਾਬਲ ਹੈ। ਹਜ਼ਾਰਾਂ ਸਾਲ ਇਸ ਧਰਤੀ ਉੱਤੇ ਸ਼ੂਦਰਾਂ ਦੀ ਇਹੋ ਜਿਹੀ ਹਾਲਤ ਰਹੀ ਹੈ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਇਹ ਪੱਛਮੀ ਮੁਲਕਾਂ ਨੂੰ ਨਾ ਅਸੀਂ ਬੜਾ ਦੁਰਕਾਰਦੇ ਹਾਂ, ਪਰ ਕਮਾਲ ਦੀ ਗੱਲ ਵੇਖੋ, ਹਿਟਲਰ ਨੇ ਕੁਝ ਯਹੂਦੀ ਚੈਂਬਰਾਂ 'ਚ ਪਾ ਕੇ ਸਾੜੇ, ਲੱਖਾਂ ਹੀ ਸਾੜੇ ਹੋਣਗੇ, ਲੱਖਾਂ ਸਾੜੇ। ਕਿਤਨੇ ਸਮੇਂ ਤੱਕ? 10 ਸਾਲ, 12 ਸਾਲ, 15 ਸਾਲ, 20 ਸਾਲ ਉਸਨੇ ਇਹ ਕੰਮ ਕੀਤਾ ਹੋਏਗਾ। ਯਹੂਦੀ ਚੈਂਬਰਾਂ 'ਚ ਪਾ ਪਾ ਕੇ ਸਾੜੇ। ਪਰ ਪੱਛਮੀ ਮੁਲਕਾਂ ਦੀ ਇੱਕ ਹੋਰ ਖੂਬੀ ਵੇਖੋ, ਜਿਸ ਕੰਮ ਨੂੰ ਉਹਨਾਂ ਨੇ ਕਦੀ ਗਲਤ ਮੰਨਿਆ ਨਾ, ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਤੇ ਅੱਜ ਸਾਰੇ ਵਿਅਕਤੀ ਆਖਦੇ ਨੇ ਕਿ ਉਹ ਜ਼ਾਲਮ ਵਿਅਕਤੀ ਸੀ। ਪਰ ਕਿਤਨੇ ਹੈਰਾਨੀਜਨਕ ਗੱਲ ਹੈ, ਦਿਸਦੇ ਚੈਂਬਰ ਤਾਂ ਨਹੀਂ ਪਰ ਅਣਦਿਸਦੇ ਚੈਂਬਰਾਂ ਦੇ ਵਿੱਚ ਸੈਂਕੜੇ ਸਾਲਾਂ ਤੋਂ ਸ਼ੂਦਰਾਂ ਦੀ ਮਾਨਤਾ, ਮਹੱਤਤਾ ਤੇ ਆਜ਼ਾਦੀ ਨੂੰ ਲਗਾਤਾਰ ਕੁਚਲਿਆ ਗਿਆ। ਪਰ ਅੱਜ ਵੀ ਉਹ ਵਿਅਕਤੀ ਬੜੇ ਮਾਣ ਨਾਲ ਪਤਾ ਕੀ ਆਖ ਰਹੇ ਨੇ, ਬਾਬਰੀ ਮਸਜਿਦ ਦੇ ਉੱਤੇ ਝੰਡੇ ਪਕੜ ਕੇ ਕਹਿੰਦੇ ਰਾਮ ਰਾਜ ਲਾਗੂ ਕਰਨਾ ਹੈ। ਉਹੀ ਚੈਂਬਰ ਫਿਰ ਬਣਾਉਣੇ ਹਨ ਜਿਨ੍ਹਾਂ ਚੈਂਬਰਾਂ ਦੇ ਵਿੱਚ ਫਿਰ ਉਸੇ ਪ੍ਰਕਾਰ ਨਾਲ ਆਜ਼ਾਦੀ ਦਾ ਘਾਣ ਹੋਏਗਾ। ਕੋਈ ਵਿਅਕਤੀ ਖੜਾ ਹੋ ਕੇ ਇਹ ਨਹੀਂ ਆਖ ਸਕਦਾ ਕਿ ਸਾਡਾ ਪੰਥ ਨਿਆਰਾ ਹੈ। ਇਹ ਨਹੀਂ ਗੱਲ ਕੀਤੀ ਜਾਏਗੀ, ਇਹ ਪਾਪ ਹੈ। ਪੁੰਨ ਕੀ ਹੈ? ਪੁੰਨ ਇਹੀ ਹੈ ਜੋ ਬ੍ਰਾਹਮਣ ਕਹਿ ਰਿਹਾ ਉਸ ਨੂੰ ਮੰਨੋ। ਬ੍ਰਾਹਮਣ ਦੇ ਹੱਥੋਂ ਹੱਤਿਆ ਹੋ ਜਾਏ ਇਹ ਕੋਈ ਪਾਪ ਨਹੀਂ, ਪਰ ਜੇ ਕਿਸੇ ਹੋਰ ਦੇ ਹੱਥੋਂ ਹੱਤਿਆ ਹੋ ਜਾਏ, ਕੋਈ ਮਰ ਜਾਏ ਤੇ ਬਹੁਤ ਵੱਡਾ ਪਾਪ ਹੈ। ਕਬੀਰ ਜੀ ਆਖਦੇ ਨੇ, ਕਿਉਂਕਿ ਕਬੀਰ ਜੀ ਉਸ ਪ੍ਰਣਾਲੀ 'ਚ ਰਹਿ ਰਹੇ ਨੇ, ਉਸ ਸਮਾਜ 'ਚ ਰਹਿ ਰਹੇ ਨੇ ਜਿਸ ਸਮਾਜ ਦੇ ਵਿੱਚ ਪਾਪ ਤੇ ਪੁੰਨ ਦੀ ਪਰਿਭਾਸ਼ਾ ਜਿਹੜੀ ਹੈ ਨਾ ਉਹ ਬ੍ਰਾਹਮਣ ਕਰਦਾ ਹੈ। ਇਸੇ ਕਰਕੇ ਕਬੀਰ ਜੀ ਆਖਦੇ ਨੇ, ਕਹਿੰਦੇ ਪਾਪ ਪੁੰਨ ਦੋ ਨਿਰਵਰਈ, ਬੰਦਿਆ ਇਹਨਾਂ ਪਾਪਾਂ ਤੇ ਪੁੰਨਾਂ ਦੀ ਪੜਚੋਲ ਕਰਨ ਦੀ ਲੋੜ ਨਹੀਂ। ਇਹ ਬ੍ਰਾਹਮਣ ਨੇ ਸਿਰਫ ਆਪਣੇ ਫਾਇਦੇ ਵਾਸਤੇ ਬਣਾਏ ਨੇ। ਇਸੇ ਕਰਕੇ ਤੇ ਇਸ ਧਰਤੀ ਤੇ ਪਾਪ ਪੁੰਨ ਪਤਾ ਕਿਹੋ ਜਿਹੇ ਰਹੇ ਨੇ? ਅਸਦਾਨ, ਗੱਜਦਾਨ, ਸਹਿਜਾ ਨਾਰੀ, ਭੂਮਦਾਨ, ਇਹੋ ਜਿਹੇ ਦਾਨ ਪੁੰਨ ਦੇ ਨਾਮ ਤੇ ਕੀਤੇ ਨੇ। ਘੋੜੇ ਦਾਨ ਕੀਤੇ ਗਏ, ਹਾਥੀ ਦਾਨ ਕੀਤੇ ਗਏ। ਇੱਥੇ ਤੱਕ ਹੀ ਨਹੀਂ, ਆਪਣੀਆਂ ਸਜੀਆਂ ਵਿਆਹੀਆਂ ਵਹੁਟੀਆਂ ਨੂੰ ਆਪਣੀ ਸੇਜਾ ਦੇ ਉੱਤੇ ਸ਼ਿੰਗਾਰ ਕੇ ਬਿਠਾਇਆ ਗਿਆ ਤੇ ਬ੍ਰਾਹਮਣ ਦੇ ਅੱਗੇ ਭੇਟਾ ਕਰ ਦਿੱਤਾ ਗਿਆ। ਇਹ ਬਹੁਤ ਵੱਡਾ ਪੁੰਨ ਹੈ। ਪੁੰਨ ਦੇ ਨਾਮ ਤੇ ਕੁਝ ਵੀ ਹੋਇਆ। ਤੇ ਫਿਰ ਭਗਤ ਜੀ ਨੂੰ ਕਹਿਣਾ ਪਿਆ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ। ਜੇ ਇਹ ਪੁੰਨ ਹੈ ਤੇ ਫਿਰ ਪਾਪ ਕਿਸ ਨੂੰ ਆਖੋਗੇ? ਜਦੋਂ ਇੱਕ ਵਿਅਕਤੀ ਆਪਣੇ ਘਰ ਦੀ ਇੱਜ਼ਤ, ਆਪਣੀ ਇਸਤਰੀ ਨੂੰ, ਇੱਕ ਧਰਮੀ ਬੰਦੇ ਨੂੰ ਇਹ ਪੁੰਨ ਦੇ ਨਾਮ ਤੇ ਦਾਨ ਕਰ ਰਿਹਾ। ਇੱਕ ਰਾਜਾ, ਉਸਨੇ ਕਿਸੇ ਰਿਸ਼ੀ ਕੋਲੋਂ ਗਿਆਨ ਲੈਣਾ ਹੈ, ਉਹ ਘੋੜਿਆਂ ਦੇ ਨਾਲ ਸਵਾਰ ਹੋ ਕੇ ਘੋੜਿਆਂ ਨੂੰ ਤੇ ਹਾਥੀਆਂ ਨੂੰ ਲੱਦ ਕੇ ਚੰਗੀ ਤਰ੍ਹਾਂ ਸ਼ਿੰਗਾਰ ਕੇ ਪੈਸਿਆਂ ਨਾਲ ਲੱਦ ਕੇ ਰਿਸ਼ੀ ਕੋਲ ਜਾਂਦਾ ਹੈ। ਕਹਿੰਦਾ ਰਿਸ਼ੀਵਰ ਆ ਮੈਂ ਭੇਟਾ ਲੈ ਕੇ ਆਇਆ ਵਾਂ, ਤੁਸੀਂ ਆ ਭੇਟਾ ਕਬੂਲ ਕਰ ਲਓ। ਰਿਸ਼ੀ ਆਖਦਾ ਤੂੰ ਗਿਆਨ ਦੇ ਕਾਬਲ ਨਹੀਂ ਹੈ। ਰਾਜਾ ਵਾਪਸ ਚਲੇ ਜਾਂਦਾ ਹੈ। ਅਗਲੇ ਦਿਨ ਆਪਣੀ ਬੇਟੀ ਨੂੰ ਸ਼ਿੰਗਾਰ ਕੇ ਨਾਲ ਲੈ ਕੇ ਆਉਂਦਾ ਹੈ, ਨਾਲ ਹਾਥੀ ਘੋੜੇ ਪੈਸਿਆਂ ਦੇ ਲੱਦ ਕੇ ਲੈ ਕੇ ਆਉਂਦਾ ਹੈ। ਫਿਰ ਆਖਦਾ ਰਿਸ਼ੀਵਰ ਇਹ ਵੀ ਨਾਲ ਭੇਟਾ ਕਰ ਰਿਹਾ ਵਾਂ। ਰਿਸ਼ੀ ਆਖਦਾ ਆਹ ਤਾਂ ਬਹੁਤ ਕੀਮਤੀ ਦਾਤ ਹੈ, ਹੁਣ ਤੂੰ ਗਿਆਨ ਦਾ ਅਧਿਕਾਰੀ ਹੈ। ਇਹ ਪੁੰਨ ਹੈ। ਜੇ ਇਹ ਪੁੰਨ ਹੈ ਤੇ ਫਿਰ ਪਾਪ ਕੀ ਹੈ? ਇਸੇ ਕਰਕੇ ਕਬੀਰ ਜੀ ਆਖਦੇ ਨੇ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ। ਕਹਿੰਦੇ ਬ੍ਰਾਹਮਣ ਦੇ ਬਣਾਏ ਇਸ ਪਾਪ ਪੁੰਨ ਦੀ ਤੂੰ ਪੜਚੋਲ ਨਹੀਂ ਕਰਨੀ। ਤੇਰੇ ਘਰ ਵਿੱਚ ਰੱਬ ਬੈਠਿਆ ਹੈ, ਤੂੰ ਉਸ ਦੀ ਪੜਚੋਲ ਕਰ। ਪਰ ਇੱਕ ਚੀਜ਼ ਚੇਤੇ ਰੱਖੀ ਜਾਏ, ਇਹਦਾ ਅਰਥ ਇਹ ਨਹੀਂ ਹੈ ਕਿ ਪਾਪ ਪੁੰਨ ਨਾਮ ਦੀ ਵਸਤੂ ਨਹੀਂ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਦੇ ਨੇ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਸਤਿਗੁਰ ਆਖਦੇ ਨੇ, ਕਹਿੰਦੇ ਚੇਤੇ ਰੱਖ ਬੰਦਿਆ, ਪੁੰਨੀ ਤੇ ਪਾਪੀ ਸਿਰਫ ਕਹਿਣ ਮਾਤਰੇ ਨਹੀਂ ਹਨ, ਪਰ ਪਾਪ ਕੀ ਹੈ ਤੇ ਪੁੰਨ ਕੀ ਹੈ ਸਤਿਗੁਰ ਨੇ ਇਹ ਵੀ ਬਾਣੀ ਅੰਦਰ ਦੱਸਿਆ। ਪਾਤਸ਼ਾਹ ਆਖਦੇ ਨੇ, ਮਨੁੱਖਤਾ ਦੇ ਉਲਟ ਰੱਬੀ ਹੁਕਮ ਦੇ ਖਿਲਾਫ ਕੀਤਾ ਗਿਆ ਕੋਈ ਵੀ ਕਰਮ ਜਿਹੜਾ ਹੈ ਨਾ ਉਹ ਪਾਪ ਹੈ। ਗੁਰਦੇਵ ਮਹਾਰਾਜ ਆਖਦੇ ਨੇ, ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗੜਤ ਪਾਪ।
ਉਸ ਰੱਬ ਨੇ ਤੇਰੇ ਵਾਸਤੇ ਜੋ ਹੁਕਮ ਬਣਾਏ ਹਨ ਨਾ, ਤੇਰੇ ਵਾਸਤੇ ਜੋ ਗੁਣਾਂ ਦੇ ਨਾਲ ਸੰਪੰਨ ਜੀਵਨ ਬਣਾਇਆ ਹੈ, ਉਹਦੀ ਵਿਰੋਧਤਾ ਕਰਨੀ ਇਹ ਪਾਪ ਹੈ। ਤੂੰ ਸੰਤੋਖੀ ਹੋ ਸਕਦਾ ਹੈ ਜੇ ਲਾਲਚੀ ਹੈ ਤੇ ਪਾਪੀ ਹੈ। ਇਸੇ ਕਰਕੇ ਆਸਾ ਕੀ ਵਾਰ ਅੰਦਰ ਪੜ੍ਹਦੇ ਆ ਨਾ, ਲੱਭ ਪਾਪ ਦੋਏ ਰਾਜਾ ਮਹਿਤਾ। ਲੱਭ ਪਾਪ ਹੈ। ਕਬੀਰ ਜੀ ਨੇ ਆਖਿਆ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਲੋਭ ਤਹਾਂ ਪਾਪ। ਜਿੱਥੇ ਲੋਭ ਹੈ, ਜਿੱਥੇ ਲਾਲਚ ਹੈ, ਉੱਥੇ ਪਾਪ ਵਸਦਾ ਹੈ। ਤੈਨੂੰ ਮਨੁੱਖ ਬਣਾਇਆ, ਤੂੰ ਸੰਤੋਖੀ ਹੋ ਸਕਦਾ ਹੈ, ਤੂੰ ਵੰਡ ਕੇ ਛਕ ਸਕਦਾ ਹੈ। ਪਸ਼ੂ ਸ਼ਾਇਦ ਨਹੀਂ ਵੰਡ ਸਕਦਾ, ਇਤਨਾ ਤੂੰ ਵੰਡ ਸਕਦਾ ਹੈ। ਜੇ ਤੂੰ ਸੰਤੋਖੀ ਹੈ ਫਿਰ ਤੂੰ ਮਨੁੱਖ ਹੈ, ਫਿਰ ਤੂੰ ਪੁੰਨੀ ਹੈ। ਪਰ ਜੇ ਤੂੰ ਸੰਤੋਖੀ ਨਹੀਂ, ਲਾਲਚੀ ਹੈ, ਤੂੰ ਸਭ ਤੋਂ ਵੱਡਾ ਪਾਪੀ ਹੈ। ਇਹ ਪਾਪ ਹੈ। ਸਤਿਗੁਰ ਨੇ ਬਾਣੀ ਅੰਦਰ ਗੁਰੂ ਚੌਥੇ ਪਾਤਸ਼ਾਹ ਜੀ ਨੇ ਬਚਨ ਕੀਤੇ। ਸ਼ਲੋਕ ਹੈ ਗੌੜੀ ਕੀ ਵਾਰ ਅੰਦਰ। प्रथम वार चौथे पातशाह की, दो वारा हैं गौड़ी राग च। पहली वार चौथे पातशाह की है। श्लोक शुरू होंदा है, सतगुर सेती गणत जे रखे, हलत पलत सब तिसका गया। इस श्लोक की एक पंक्ति है, सतगुर पाप नूं स्पष्ट करते हैं। कहते निर्वैरे नाल जे वैर रचाइंदा, सब पाप जगते का तिन सिर लिया। कहते वो परमात्मा निर्वैर है, वो वैर नहीं कढ़दा, वो विरोधता नहीं करता। पर जिहड़ा व्यक्ति उस निर्वैर परमात्मा दे नाल वैर कड्ढण उत्ते तुलिया होवे ना, उसकी बुराई करन ते तुलिया होवे, उसके विरोध विच खलोता होवे हमेशा, सब तो वड्डा पाप उस बंदे ने अपने सिर दे उत्ते चुकिया होया। जिहड़ा मालिक दे हुक्म, मालिक दी रज़ा नूं मनदा नहीं, ये सब तो वड्डा पाप है। जो उसकी हुक्म दी अदूली करने वाले पासे हमेशा ध्यान रखता है, ये सब तो वड्डा पाप है। ते सब तो वड्डा पुण्य किहड़ा है, असीं वो भी रोज पढ़ते हाँ, कर साधु अंजलि पुण्य वड्डा है, कर डंडौत पुण्य वड्डा है। उस गुरु अगे अपने आप नूं समर्पित कर देना, ये सब तो वड्डा पुण्य है। उस मालिक दे हुक्म अगे गुर कहिया साकार कमावो, ये सब तो वड्डा पुण्य है। गुरु की आखी हुई गल नूं सुनना, गुरु के कहे अनुसार काम करना, गुरु ने जो काम कीते हैं उन्हां दे अनुसार जीवन बतीत करना, ये सब तो वड्डा पुण्य है। ते गुरु दे हुक्मां दी अदूली करना, गुरु दे हुक्मां तो दौड़ना, गुरु दे हुक्मां तो मुंह फेरना, ये सब तो वड्डा पाप है। सतगुरु महाराज आखदे ने, कहंदे इस पाप पुण्य नूं ख्याल विच रख, पर तेरा ध्यान जिहड़ा है ना ब्राह्मण वाले पाप पुण्य ते ना होवे कि घर चों निकलना है ते पैर पहला किहड़ा बाहर कढना है। जे मैं सवेरे सवेरे उठिया वां ते पलंग तो थले पैर पहले किहड़ा रखना है। जे मैं अखां खोलनियां ने सुबह उठदियां सार पहले किहड़ी अख खोलनी है। मैनूं किसी ने पिछों किसी ने आवाज़ मार दी है तां उन्हें पाप कर दिता है भी हुण मेरा काम नहीं बनेगा। बिल्ली रस्ता कट गई है तो यह माड़ा हो गया है। गड्डी थले आके बिल्ली मर गई है तो सोने की बिल्ली दान करनी पएगी। ये तेरा मसला नहीं है। इस पाप पुण्य नूं छड्ड। ब्राह्मण नालों तैनूं सब तो वध के फिक्र होनी चाहिए है उसकी जिसने तैनूं जीवन दिता है, ਉਹਦੀ फिक्र वध होनी चाहिए है। सतगुरु जी आखते ने, कहते जो परमात्मा नाल एक मिक हन, वो पाप ते पुण्य की परिभाषा उस मालिक के हुक्म अनुसार निर्धारित करते हैं। उन्हां वास्ते इक्को ही एक पाप है, वो है मालिक के हुक्म की अदूली, ते उन्हां वास्ते इक्को ही एक पुण्य है, वो है मालिक के हुक्म विच चलना, जिसनूं गुरदेव महाराज आखते ने हुक्म रजाई चलना, नानक लिखिया नाल। ये सब तो वड्डा पुण्य है। इस पुण्य ते पाप नूं जीवन अंदर वसाइए, पाप नूं दूर करिए, पुण्य नूं जीवन अंदर वसाइए। सतगुरु जी की बाणी अनुसार जिहड़े अखौती पाप हन, अखौती पुण्य हन, उन्हां दे नाल साडा कोई लैण देण नहीं। सतगुरु की बाणी रोज़ पढ़दे हां, तीरथ तप दया दान जे को पावै तिल का मान। सतगुरु कहंदे दुनिया दे आखे होए पुण्य करेंगा ना, तीर्थां उत्ते जाके इशनान करना, दान इत्यादक देना, अखौती किस्म की दया करनी जीवां दे उत्ते, ते सतगुरु महाराज आखदे उल्टे सीधे तप इत्यादक करना। इहदे नाल वध तो वध पता की है, दुनिया दे विच थोड़ा जिहा मान मिल जाएगा कि बंदा बड़ा धर्मी है। दुनिया दी कहण लग जाएगी धर्मी है, पर असल दे विच धर्मी तू उस दिन बनेगा जिस दिन तेरा जीवन गुरु की निगाह दे विच कबूल पै जाएगा। तेन दुनिया की नहीं, गुरु की फिक्र वध होनी चाहिए है। सतगुर किरपा करन, रहमतां करन, जो प्रभु दे नाल एक मिक होण दीआं निशानियां कबीर जी समझा रहे ने, वो लक्षण साडे जीवन दे अंदर प्रगट होण, ताही यह लोक सुखीए परलोक सुहेले, नानक हर प्रभ आपे मेले। इतनियां कु बेनतियां प्रवान करनियां।
ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਗੁਰੂ ਫਤਿਹ ਕੀ ਸਾਂਝ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।